ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 9th ਦਾ ਕਾਬੁਲੀ ਵਾਲਾ। ਕਾਬੁਲ ਜੋ ਕਿ ਰਾਜਧਾਨੀ ਹੈ ਅਫਗਾਨਿਸਤਾਨ ਦੀ, ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਾਬੁਲੀ ਵਾਲਾ। ਜਿਸ ਤਰ੍ਹਾਂ ਕੋਈ ਲੁਧਿਆਣੇ ਰਹਿੰਦਾ ਉਹਨੂੰ ਕਹਿੰਦੇ ਆ ਲੁਧਿਆਣੇ ਵਾਲਾ, ਹੁਸ਼ਿਆਰਪੁਰ ਰਹਿੰਦਾ ਹੁਸ਼ਿਆਰਪੁਰ ਵਾਲਾ, ਜਲੰਧਰ ਰਹਿੰਦਾ ਉਹ ਜਲੰਧਰ ਵਾਲਾ। ਇਸੇ ਤਰ੍ਹਾਂ ਜੋ ਬੰਦਾ ਕਾਬੁਲ ਰਹਿੰਦਾ ਉਹਨੂੰ ਆਪਾਂ ਕੀ ਕਹਾਂਗੇ? ਕਾਬੁਲੀ ਵਾਲਾ। ਠੀਕ, ਸੋ ਆਪਾਂ ਦੇਖਦੇ ਹਾਂ ਕਾਬੁਲੀ ਵਾਲਾ ਕੌਣ ਸੀ, ਕੀ ਕੰਮ ਕਰਦਾ ਸੀ, ਕਿਹੜੀ ਸਟੋਰੀ ਹੈ ਉਹਦੇ ਇਰਦ ਗਿਰਦ, ਆਓ ਜਾਣੀਏ। ਸੋ ਹਮੇਸ਼ਾ ਦੀ ਤਰ੍ਹਾਂ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਰਦੇ ਹਾਂ ਐਕਟੀਵਿਟੀ 1, ਜਿਹਦੇ ਵਿੱਚ ਅਸੀਂ ਨਵੇਂ-ਨਵੇਂ ਵਰਡ ਸਿੱਖਾਂਗੇ, ਉਹਨਾਂ ਦੇ ਮੀਨਿੰਗ ਤੇ ਉਹਨਾਂ ਦੀ ਪ੍ਰੋਨਾਂਸੀਏਸ਼ਨ, ਕਿ ਉਹਨਾਂ ਨੂੰ ਉਚਾਰਨ ਕਿੱਦਾਂ ਕਰਨਾ, ਬੋਲਣਾ ਕਿੱਦਾਂ ਹੈ। ਸਭ ਤੋਂ ਪਹਿਲਾਂ ਵਰੀਡ ਹੁੰਦਾ ਹੈ ਚਿੰਤਾ ਕੀਤੀ ਜਾਂ ਚਿੰਤਿਤ ਹੋਇਆ। ਓਕੇ। ਸੈਕਿੰਡ ਕੁਆਇਟਨ ਹੁੰਦਾ ਹੈ ਸ਼ਾਂਤ। ਓਕੇ। ਕਨਵਰਸੇਸ਼ਨ ਗੱਲਬਾਤ। ਨੈਕਸਟ ਲਾਈਵਲੀ ਹੁੰਦਾ ਜਿਹੜਾ ਜੋਸ਼ 'ਚ ਭਰਿਆ ਹੋਵੇ, ਜੀਵੰਤ ਹੋਵੇ, ਜਿਹੜਾ ਕਿ ਹਰ ਇੱਕ ਪਲ ਨੂੰ ਇੰਜੋਏ ਕਰਦਾ ਹੋਵੇ, ਰੋਚਕ ਹੋਵੇ ਜਿਹੜਾ। ਠੀਕ। ਨੈਕਸਟ ਕਲਾਉਡਸ ਬੱਦਲ। ਕ੍ਰਾਈਮ ਅਪਰਾਧ। ਰੈਕਗਨਾਈਜ਼ ਪਹਿਚਾਨਣਾ। ਸੈਰੇਮਨੀਜ਼ ਉਤਸਵ। ਟੈਰਰ ਡਰ। ਚੈਟਰਬੌਕਸ ਗਾਲੜੀ ਜਿਹੜਾ ਬਹੁਤ ਜ਼ਿਆਦਾ ਗੱਲਾਂ ਕਰਦਾ ਹੋਵੇ। ਸੈਕ ਬੋਰੀ। ਟੈਂਡਰਲੀ ਕੋਮਲਤਾ ਦੇ ਨਾਲ। ਚੈਟਰ ਗੱਲਾਂ ਕਰਨ ਵਾਲਾ। ਐਕਸਪੈਂਸਿਸ ਖਰਚੇ। ਲੈਟ ਅਸ ਰੀਡ ਦ ਸਟੋਰੀ। ਲਿਟਲ ਮਿਨੀ ਵਾਜ਼ 5 years old and a great chatterbox। ਛੋਟੀ ਮਿੰਨੀ 5 ਸਾਲਾਂ ਦੀ ਸੀ ਤੇ ਬਹੁਤ ਜ਼ਿਆਦਾ ਗਾਲੜੀ ਸੀ, ਬਹੁਤ ਜ਼ਿਆਦਾ ਗੱਲਾਂ ਕਰਦੀ ਸੀ। She simply could not live without chatting all the time। ਉਹ ਜੇ ਆਪਾਂ ਸਿੱਧਾ ਕਹੀਏ ਤਾਂ ਬਿਲਕੁਲ ਗੱਲਾਂ ਕੀਤੇ ਬਗੈਰ ਰਹਿ ਨਹੀਂ ਸਕਦੀ ਸੀ। Her mother was often worried about this non-stop chatter of Minnie। ਉਸਦੇ ਮਾਤਾ ਜੀ ਹਮੇਸ਼ਾ ਚਿੰਤਿਤ ਰਹਿੰਦੇ ਉਸ ਦੀਆਂ ਇਹ non-stop ਗੱਲਾਂ ਨੂੰ ਲੈ ਕੇ। And tried to quieten her। ਅਤੇ ਉਸ ਨੂੰ ਸ਼ਾਂਤ ਕਰਨ ਦਾ ਯਤਨ ਕਰਦੇ। But no one could think of Minnie being quiet। ਪਰ ਕੋਈ ਵੀ ਮਿੰਨੀ ਨੂੰ ਚੁੱਪ ਰਹਿੰਦੇ ਸੋਚ ਵੀ ਨਹੀਂ ਸਕਦਾ ਸੀ। Her conversation with her father was always very lively। ਉਸ ਦੀ ਗੱਲਬਾਤ ਉਸ ਦੇ ਪਿਤਾ ਜੀ ਨਾਲ ਹਮੇਸ਼ਾ ਬੜੀ ਰੋਚਕ ਹੁੰਦੀ ਸੀ। One day Minnie came bursting into her father's study। ਇੱਕ ਦਿਨ ਮਿੰਨੀ ਭੱਜੀ ਆਈ ਆਪਣੇ ਪਿਤਾ ਜੀ ਕੋਲ ਜਦੋਂ ਉਹ ਕੁਝ ਪੜ੍ਹ ਰਹੇ ਸਨ। She put her arm around him and said। ਉਸਨੇ ਆਪਣੀ ਬਾਹ ਆਪਣੇ ਪਿਤਾ ਜੀ ਦੇ ਦੁਆਲੇ ਰੱਖ ਕੇ ਕਿਹਾ, What do you think, father? ਤੁਸੀਂ ਕੀ ਸੋਚਦੇ ਹੋ ਪਿਤਾ ਜੀ? ਭੋਲਾ says there is an elephant in the clouds। ਮਿੰਨੀ ਕਹਿੰਦੀ ਹੈ ਕਿ ਭੋਲਾ ਕਹਿੰਦਾ ਹੈ ਕਿ ਬੱਦਲਾਂ ਵਿੱਚ ਇੱਕ ਹਾਥੀ ਹੈ। Blowing water out of its trunk and that is why it rains। ਉਹ ਆਪਣੀ ਸੁੰਡ ਦੇ ਨਾਲ ਬੱਦਲਾਂ ਵਿੱਚੋਂ ਪਾਣੀ ਦਾ ਛਿੜਕਾਅ ਕਰਦਾ ਹੈ, ਇਸ ਕਰਕੇ ਬਾਰਿਸ਼ ਹੁੰਦੀ ਹੈ। Before he could reply, she ran to the window crying, A ਕਾਬੁਲੀ ਵਾਲਾ। ਹੁਣ ਉਹਦੀਆਂ ਗੱਲਾਂ ਦਾ ਇਸ ਤੋਂ ਪਹਿਲਾਂ ਕਿ ਉਹਦੇ ਪਿਤਾ ਜੀ ਕੁਝ ਜਵਾਬ ਦਿੰਦੇ, ਉਹ ਇੱਕਦਮ ਖਿੜਕੀ ਵੱਲ ਇਹ ਕਹਿੰਦੀ ਭੱਜੀ ਗਈ, ਕਾਬੁਲੀ ਵਾਲਾ। Minnie called out to the ਕਾਬੁਲੀ ਵਾਲਾ, but when he looked at her, she was in terror and ran to her father। ਮਿੰਨੀ ਨੇ ਉਸ ਕਾਬੁਲੀ ਵਾਲੇ ਨੂੰ ਬੁਲਾਇਆ, ਪਰ ਜਦੋਂ ਉਸ ਕਾਬੁਲੀ ਵਾਲੇ ਨੇ ਮਿੰਨੀ ਵੱਲ ਦੇਖਿਆ ਤਾਂ ਮਿੰਨੀ ਇੱਕਦਮ ਭੈਭੀਤ ਹੋ ਗਈ, ਡਰ ਗਈ ਅਤੇ ਆਪਣੇ ਪਿਤਾ ਜੀ ਕੋਲ ਭੱਜੀ ਗਈ। She had heard, ਉਸਨੇ ਸੁਣ ਰੱਖਿਆ ਸੀ, that ਕਾਬੁਲੀ ਵਾਲਾਸ caught children, ਕਿ ਜਿੰਨੇ ਵੀ ਕਾਬੁਲੀ ਵਾਲੇ ਹਨ ਉਹ ਬੱਚਿਆਂ ਨੂੰ ਫੜ ਲੈਂਦੇ ਹਨ। Put them in their sacks, ਅਤੇ ਉਹਨਾਂ ਨੂੰ ਆਪਣੀਆਂ ਬੋਰੀਆਂ ਵਿੱਚ ਬੰਦ ਕਰ ਲੈਂਦੇ ਹਨ। And took them away, ਅਤੇ ਉਹਨਾਂ ਨੂੰ ਦੂਰ ਲੈ ਜਾਂਦੇ ਹਨ। The ਕਾਬੁਲੀ ਵਾਲਾ came to Minnie's house। ਕਾਬੁਲੀ ਵਾਲਾ ਮਿੰਨੀ ਦੇ ਹਾਊਸ ਆਂਦਾ ਹੈ। And her father made sure that Minnie came out and met him। ਅਤੇ ਉਸਦੇ ਪਿਤਾ ਜੀ ਨੇ ਇਹ ਗੱਲ ਪੱਕੀ ਕੀਤੀ ਕਿ ਮਿੰਨੀ ਬਾਹਰ ਆਵੇ ਤੇ ਉਸ ਨੂੰ ਮਿਲ ਲਵੇ। Soon Minnie lost her fear of him। ਜਲਦੀ ਹੀ ਮਿੰਨੀ ਦਾ ਉਸ ਪ੍ਰਤੀ ਡਰ ਖਤਮ ਹੋ ਗਿਆ। And it was a joy to watch the big bearded Pathan talking tenderly to the little 5-year-old। ਤੇ ਇਹ ਬੜੀ ਖੁਸ਼ੀ ਵਾਲੀ ਗੱਲ ਸੀ ਕਿ ਇੱਕ ਵੱਡੀ ਦਾੜੀ ਵਾਲਾ ਪਠਾਨ ਉਸ ਛੋਟੀ 5 ਸਾਲ ਦੀ ਲੜਕੀ ਨਾਲ ਬਹੁਤ ਪਿਆਰ ਨਾਲ, ਕੋਮਲਤਾ ਦੇ ਨਾਲ ਗੱਲ ਕਰ ਰਿਹਾ ਸੀ। The ਕਾਬੁਲੀ ਵਾਲਾ was now a daily visitor to Minnie's house। ਹੁਣ ਕਾਬੁਲੀ ਵਾਲਾ ਮਿੰਨੀ ਦੇ ਹਾਊਸ ਰੋਜ਼ ਆਉਣ ਲੱਗਾ। They would sit and chat for hours and crack jokes with each other। ਉਹ ਘੰਟਿਆਂ ਬੱਧੀ ਇਕੱਠੇ ਬੈਠ ਕੇ ਗੱਲਬਾਤ ਕਰਦੇ ਅਤੇ ਇੱਕ ਦੂਜੇ ਨੂੰ ਚੁਟਕਲੇ ਸੁਣਾਉਂਦੇ। ਕਾਬੁਲੀ ਵਾਲਾ What have you got in your bag? Minnie would ask। ਮਿੰਨੀ ਉਸ ਕੋਲ ਪੁੱਛਦੀ ਕਿ ਕਾਬੁਲੀ ਵਾਲਾ ਤੂੰ ਆਪਣੇ ਬੈਗ ਵਿੱਚ
ਕੀ ਲੈ ਕੇ ਆਂਦਾ? ਐਨ ਐਲੀਫੈਂਟ ਆਨਸਰਡ ਦ ਕਾਬਲੀਵਾਲਾ। ਕਾਬਲੀਵਾਲਾ ਨੇ ਜਵਾਬ ਦਿੱਤਾ, ਇੱਕ ਹਾਥੀ। ਐਂਡ ਦੈਨ ਦ ਟੂ ਆਫ them would laugh aloud। ਅਤੇ ਫਿਰ ਇਹ ਜਵਾਬ ਸੁਣਨ ਤੋਂ ਬਾਅਦ ਦੋਨੋਂ ਉੱਚੀ ਉੱਚੀ ਹੱਸਦੇ। once a year ਰਹਿਮਾਨ, for that was a ਕਾਬਲੀਵਾਲਾ's name, would go back to his own country। ਸਾਲ ਵਿੱਚ ਇੱਕ ਵਾਰ ਰਹਿਮਾਨ ਜੋ ਕਿ ਕਾਬਲੀਵਾਲੇ ਦਾ ਨਾਮ ਸੀ, ਉਹ ਆਪਣੇ ਦੇਸ਼ ਆਪਣੇ ਘਰ ਜ਼ਰੂਰ ਜਾਂਦਾ। he would first collect all the money that people owed him before he left। ਤੇ ਆਪਣੇ ਦੇਸ਼ ਪਰਤਣ ਤੋਂ ਪਹਿਲਾਂ ਉਹ ਉਹਨਾਂ ਸਾਰਿਆਂ ਕੋਲ ਪੈਸੇ ਲੈ ਲੈਂਦਾ ਜਿਨ੍ਹਾਂ ਕੋਲ ਉਸਨੇ ਲੈਣੇ ਹੁੰਦੇ। but although he was busy, ਪਰ ਭਾਵੇਂ ਉਹ ਬਿਜ਼ੀ ਸੀ, ਰਹਿਮਾਨ always found time to visit little Minnie। ਰਹਿਮਾਨ ਹਮੇਸ਼ਾ ਉਸ ਛੋਟੀ ਮਿਨੀ ਨੂੰ ਮਿਲਣ ਲਈ ਸਮਾਂ ਕੱਢ ਲੈਂਦਾ। one day, ਇੱਕ ਦਿਨ, there was a lot of noise in the street। ਗਲੀ ਵਿੱਚ ਬਹੁਤ ਸ਼ੋਰ ਸੀ। ਰਹਿਮਾਨ had stabbed a man। ਰਹਿਮਾਨ ਨੇ ਇੱਕ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਸੀ who owed him money, ਜਿਸਨੇ ਕਿ ਉਸ ਦੇ ਪੈਸੇ ਦੇਣੇ ਸਨ। for the crime he was sent to prison। ਇਸ ਅਪਰਾਧ ਲਈ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। time passed। ਸਮਾਂ ਬੀਤਦਾ ਗਿਆ and Minnie soon forgot her old friend। ਅਤੇ ਮਿੰਨੀ ਜਲਦੀ ਹੀ ਆਪਣੇ ਪੁਰਾਣੇ ਮਿੱਤਰ ਨੂੰ ਭੁੱਲ ਗਈ। ਉਹ ਪੁਰਾਣਾ ਮਿੱਤਰ ਕੌਣ ਸੀ? the ਕਾਬਲੀਵਾਲਾ। she was growing up into a very pretty woman। ਉਹ ਬਹੁਤ ਹੀ ਸੁੰਦਰ ਇਸਤਰੀ ਦੇ ਰੂਪ ਵਿੱਚ ਵੱਡੀ ਹੋ ਗਈ ਸੀ। her father made arrangements for Minnie's wedding। ਉਸ ਦੇ ਪਿਤਾ ਜੀ ਨੇ ਉਸ ਦੇ ਵਿਆਹ ਦੇ ਪ੍ਰਬੰਧ ਕਰ ਲਏ ਸਨ। Minnie was getting married that night। ਉਸ ਰਾਤ ਮਿੰਨੀ ਦਾ ਵਿਆਹ ਹੋਣ ਜਾ ਰਿਹਾ ਸੀ। as her father sat in his study। ਜਦੋਂ ਉਸ ਦੇ ਪਿਤਾ ਜੀ ਆਪਣੇ ਸਟੱਡੀ ਰੂਮ ਵਿੱਚ ਕੁਝ ਪੜ੍ਹ ਰਹੇ ਸਨ, a man came up। ਇੱਕ ਵਿਅਕਤੀ ਉੱਥੇ ਆਇਆ and saluted him respectfully। ਅਤੇ ਉਹਨਾਂ ਨੂੰ ਬਹੁਤ ਆਦਰ ਸਹਿਤ ਸਲੂਟ ਕੀਤਾ। at first ਪਹਿਲੇ ਪਹਿਲ he did not recognize him। ਮਿੰਨੀ ਦੇ ਪਿਤਾ ਜੀ ਨੇ ਉਸ ਨੂੰ ਪਹਿਚਾਣਿਆ ਨਹੀਂ। soon he realized। ਛੇਤੀ ਉਹਨਾਂ ਨੂੰ ਅਹਿਸਾਸ ਹੋਇਆ it was old ਰਹਿਮਾਨ। ਇਹ ਤਾਂ ਬਜ਼ੁਰਗ ਰਹਿਮਾਨ ਸੀ। the ਕਾਬਲੀਵਾਲਾ, ਉਹ ਕਾਬਲੀਵਾਲਾ। Minnie's father told him there were ceremonies going on and that he should come on another day। ਮਿੰਨੀ ਦੇ ਪਿਤਾ ਜੀ ਨੇ ਉਸ ਨੂੰ ਕਿਹਾ ਕਿ ਹੁਣ ਤਾਂ ਵਿਆਹ ਦੀਆਂ ਸੈਰਾਮਨੀਜ਼ ਚੱਲ ਰਹੀਆਂ ਹਨ, ਵਿਆਹ ਦੇ ਉਤਸਵ ਚੱਲ ਰਹੇ ਹਨ, ਉਸ ਨੂੰ ਕਿਸੇ ਹੋਰ ਦਿਨ ਆਉਣਾ ਚਾਹੀਦਾ ਹੈ। he was about to leave when he turned around and said। ਉਹ ਜਦੋਂ ਜਾਣ ਹੀ ਲੱਗਾ ਸੀ ਤਾਂ ਉਸ ਵੇਲੇ ਮੁੜਿਆ ਅਤੇ ਕਿਹਾ may I see the little one sir। ਕੀ ਮੈਂ ਉਸ ਛੋਟੀ ਕੁੜੀ ਨੂੰ ਦੇਖ ਸਕਦਾ ਹਾਂ ਸ਼੍ਰੀਮਾਨ ਜੀ? he still thought of Minnie as a little girl running to him and calling ਕਾਬਲੀਵਾਲਾ ਉਹ ਕਾਬਲੀਵਾਲਾ। ਉਹ ਅਜੇ ਵੀ ਇਸ ਤਰ੍ਹਾਂ ਹੀ ਸੋਚਦਾ ਸੀ ਕਿ ਮਿੰਨੀ ਅਜੇ ਛੋਟੀ ਲੜਕੀ ਹੈ ਤੇ ਉਹ ਭੱਜੀ ਆਏਗੀ ਤੇ ਉਸਨੂੰ ਕਹੇਗੀ ਕਾਬਲੀਵਾਲਾ ਉਹ ਕਾਬਲੀਵਾਲਾ। he thought ਉਸਨੇ ਸੋਚਿਆ they would talk and laugh as they had done long ago। ਕਿ ਉਹ ਗੱਲਾਂ ਕਰਨਗੇ ਅਤੇ ਹੱਸਣਗੇ ਜਿੱਦਾਂ ਉਹ ਕਈ ਸਾਲ ਪਹਿਲਾਂ ਕਰਦੇ ਸੀ। Minnie's father told him once more। ਮਿੰਨੀ ਦੇ ਪਿਤਾ ਜੀ ਨੇ ਇੱਕ ਵਾਰ ਫੇਰ ਉਸਨੂੰ ਕਿਹਾ that there were ceremonies। ਕਿ ਇੱਥੇ ceremonies ਹੋ ਰਹੀਆਂ ਹਨ। the ਕਾਬਲੀਵਾਲਾ then gave him a small packet of dried raisins, nuts and almonds for Minnie। ਫਿਰ ਕਾਬਲੀਵਾਲੇ ਨੇ ਉਸ ਨੂੰ ਕੁਝ ਛੋਟੇ ਪੈਕੇਟ ਸੋਗੀਆਂ ਦੇ, ਅਖਰੋਟਾਂ ਦੇ ਅਤੇ ਬਦਾਮਾਂ ਦੇ ਮਿੰਨੀ ਨੂੰ ਦੇਣ ਲਈ ਦਿੱਤੇ। give these to the little one। ਇਹ ਸਾਰੇ ਛੋਟੀ ਬੱਚੀ ਨੂੰ ਦੇ ਦੇਣਾ। I too have a little one like her। ਮੇਰੇ ਕੋਲ ਵੀ ਇੱਕ ਛੋਟੀ ਬੱਚੀ ਹੈ ਉਹਦੇ ਵਰਗੀ। and I think of her। ਅਤੇ ਮੈਂ ਉਸ ਬਾਰੇ ਸੋਚਦਾ ਹਾਂ। and bring you this fruit। ਤੇ ਉਸ ਬਾਰੇ ਸੋਚਦੇ ਹੋਏ ਇਹ ਫਰੂਟ ਮੈਂ ਤੁਹਾਨੂੰ ਦਿੰਦਾ ਹਾਂ। Minnie's father could not control his tears। ਮਿੰਨੀ ਦੇ ਪਿਤਾ ਜੀ ਆਪਣੇ ਹੰਝੂ ਰੋਕ ਨਾ ਸਕੇ। he realized ਉਹਨਾਂ ਨੂੰ ਅਹਿਸਾਸ ਹੋਇਆ that the poor ਕਾਬਲੀਵਾਲਾ was also a father। ਕਿ ਇਹ ਗਰੀਬ ਕਾਬਲੀਵਾਲਾ ਵੀ ਇੱਕ ਪਿਤਾ ਸੀ। he called Minnie who came out dressed as a bride। ਉਸਨੇ ਮਿੰਨੀ ਨੂੰ ਬੁਲਾਇਆ ਜੋ ਕਿ ਇੱਕ ਦੁਲਹਨ ਦੇ ਲਿਬਾਸ ਵਿੱਚ ਸੀ। the ਕਾਬਲੀਵਾਲਾ was shocked to see that Minnie। ਕਾਬਲੀਵਾਲਾ ਬਹੁਤ ਹੈਰਾਨ ਹੋਇਆ ਉਸ ਮਿੰਨੀ ਨੂੰ ਦੇਖ ਕੇ। the little girl he had known। ਉਹ ਮਿੰਨੀ ਜਿਸ ਨੂੰ ਕਿ ਉਹ ਛੋਟੀ ਬੱਚੀ ਵਜੋਂ ਜਾਣਦਾ ਸੀ had grown into a beautiful woman। ਉਹ ਹੁਣ ਇੱਕ ਵੱਡੀ ਖੂਬਸੂਰਤ ਇਸਤਰੀ
ਬਣ ਚੁੱਕੀ ਸੀ। he suddenly realized, ਉਸ ਨੂੰ ਇੱਕਦਮ ਅਹਿਸਾਸ ਹੋਇਆ that his own daughter would have grown up too and broke into tears, ਉਸ ਨੂੰ ਇੱਕਦਮ ਅਹਿਸਾਸ ਹੋਇਆ ਕਿ ਉਸ ਦੀ ਆਪਣੀ ਬੇਟੀ ਵੀ ਹੁਣ ਇੰਨੀ ਹੀ ਵੱਡੀ ਹੋ ਗਈ ਹੋਏਗੀ। ਇਹ ਸੋਚ ਕੇ ਉਹ ਇੱਕਦਮ ਰੋਣ ਲੱਗ ਪਿਆ। Minnie's father took out some money, ਮਿੰਨੀ ਦੇ ਪਿਤਾ ਜੀ ਨੇ ਕੁਝ ਪੈਸਾ ਲਿਆਂਦਾ and gave it to ਰਹਿਮਾਨ, ਅਤੇ ਰਹਿਮਾਨ ਨੂੰ ਦੇ ਦਿੱਤਾ and said, ਅਤੇ ਕਿਹਾ go and see your daughter and may you have all the happiness, ਜਾ ਅਤੇ ਆਪਣੀ ਕੁੜੀ ਨੂੰ ਜਾ ਕੇ ਦੇਖ ਅਤੇ ਰੱਬ ਕਰੇ ਤੈਨੂੰ ਸਾਰੀਆਂ ਖੁਸ਼ੀਆਂ ਮਿਲਣ। Minnie's father had to cut down the expenses on the wedding, ਇਹ ਪੈਸੇ ਦੇਣ ਲਈ ਮਿੰਨੀ ਦੇ ਪਿਤਾ ਜੀ ਨੂੰ ਮਿੰਨੀ ਦੇ ਵਿਆਹ ਦੇ ਖਰਚੇ ਵਿੱਚੋਂ ਕੁਝ ਕਟੌਤੀ ਕਰਨੀ ਪਈ ਸੀ। he could not afford the military band and the electric lights, ਉਹ ਹੁਣ ਮਿਲਟਰੀ ਬੈਂਡ ਅਤੇ ਇਲੈਕਟ੍ਰਿਕ ਲਾਈਟਸ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਲਾਈਟਾਂ ਅਫੋਰਡ ਨਹੀਂ ਕਰ ਸਕਦਾ ਸੀ, ਬਰਦਾਸ਼ਤ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਪੈਸਾ ਉਸਨੇ ਕਾਬਲੀ ਵਾਲੇ ਨੂੰ ਦੇ ਦਿੱਤਾ ਸੀ। ਬਟ ਹੀ ਵਾਜ਼ ਹੈਪੀ, ਪਰ ਉਹ ਖੁਸ਼ ਸੀ। ਵਿਦ that money a long lost father will be able to meet his only child once again, ਖੁਸ਼ ਉਹ ਇਸ ਕਰਕੇ ਸੀ ਕਿ ਇੱਕ ਪਿਤਾ ਜੋ ਕਿ ਬਹੁਤ ਦੇਰ ਤੋਂ ਆਪਣੀ ਬੇਟੀ ਲਈ ਆਪਣੀ ਫੈਮਿਲੀ ਲਈ ਗੁੰਮਿਆ ਹੋਇਆ ਸੀ, ਉਹ ਆਪਣੇ ਪਰਿਵਾਰ ਨੂੰ ਜਾ ਕੇ ਮਿਲੇਗਾ ਅਤੇ ਉਹ ਆਪਣੇ ਇਕਲੌਤੇ ਬੱਚੇ ਨੂੰ ਜਾ ਕੇ ਦੁਬਾਰਾ ਮਿਲੇਗਾ। ਸੋ ਦਿਸ ਸਟੋਰੀ ਵਾਜ਼ ਰਿਟਨ ਬਾय ਰਵਿੰਦਰਨਾਥ ਟੈਗੋਰ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਟੋਰੀ ਬਹੁਤ ਪਸੰਦ ਆਈ ਹੋਏਗੀ। ਸੋ ਇਹਦੀਆਂ ਹੋਰ ਐਕਟੀਵਿਟੀਜ਼ ਤੇ ਕੁਐਸਚਨਸ ਆਨਸਰ ਲਈ ਅੱਜ ਅਸੀਂ ਕਰਾਂਗੇ ਐਕਟੀਵਿਟੀ ਸੈਕੰਡ ਆਫ ਦ ਕਾਬਲੀਵਾਲਾ। ਓਕੇ, ਲੈਟਸ ਸਟਾਰਟ। ਇਨ ਦ ਫੋਲੋਇੰਗ ਟੇਬਲ ਯੂ ਵਿਲ ਸੀ ਸਮ ਵਰਡਸ ਵਿਦ देयर ਮੀਨਿੰਗਸ। ਹੇਠਾਂ ਦਿੱਤੇ ਹੋਏ ਟੇਬਲ ਦੇ ਵਿੱਚ ਤੁਸੀਂ ਕੁਝ ਸ਼ਬਦ ਦੇਖੋਗੇ ਤੇ ਨਾਲ ਉਹਨਾਂ ਦੇ ਇੰਗਲਿਸ਼ ਟੂ ਇੰਗਲਿਸ਼ ਮੀਨਿੰਗ। ਮੇਕ ਵਨ ਸੈਂਟੈਂਸ ਆਫ ਈਚ ਵਰਡ, ਹਰ ਇੱਕ ਵਰਡ ਦਾ ਇੱਕ ਸੈਂਟੈਂਸ ਬਣਾਓ। ਫਰਸਟ ਹੈ ਚੈਟਿੰਗ, ਤੇ ਚੈਟਿੰਗ ਕੀ ਹੈ? ਵਰਬ, ਠੀਕ ਹੈ, ਜਿਹੜਾ ਬ੍ਰੈਕਟ ਵਿੱਚ ਵੀ ਲਿਖਿਆ ਉਹਦਾ ਮਤਲਬ ਹੈ ਵਰਬ, ਯਾਨੀ ਕੁਝ ਕਿਰਿਆ, ਗੱਲ ਕਰ ਰਿਹਾ। ਟਾਕਿੰਗ ਇਨ ਅ ਫ੍ਰੈਂਡਲੀ ਵੇ, ਜੋ ਕਿ ਇੱਕ ਮਿੱਤਰਤਾ ਪੂਰਨ ਤਰੀਕੇ ਦੇ ਨਾਲ ਕੋਈ ਬੰਦਾ ਗੱਲ ਕਰ ਰਿਹਾ ਹੋਵੇ ਉਹਨੂੰ ਕਹਿੰਦੇ ਹੀ ਇਜ਼ ਚੈਟਿੰਗ। ਓਕੇ, ਸੋ ਇਹ ਸੈਂਟੈਂਸ ਵੀ ਬਣ ਗਿਆ ਕਿ ਮਾਈ ਫਰੈਂਡ ਇਜ਼ ਚੈਟਿੰਗ ਵਿਦ ਮੀ ਜਾਂ ਹੀ ਇਜ਼ ਚੈਟਿੰਗ ਵਿਦ ਹਿਮ। ਓਕੇ, ਕੁਝ ਵੀ ਤੁਸੀਂ ਸਿੰਪਲ ਜ਼ਿਆਦਾ ਬਣਾ ਸਕਦੇ ਹੋ। ਸੈਕਿੰਡ, ਕਨਵਰਸੇਸ਼ਨ, ਇਹ ਹੈਗਾ ਨਾਉਨ ਯਾਨੀ ਗੱਲਬਾਤ। ਠੀਕ, ਟਾਕ ਬਿਟਵੀਨ ਪੀਪਲ, ਲੋਕਾਂ ਦੇ ਵਿੱਚ ਗੱਲਬਾਤ। ਠੀਕ ਹੈ, ਹੁਣ ਤੁਸੀਂ ਇਹਦਾ ਬਣਾ ਸਕਦੇ ਹੋ ਇਟ ਵਾਜ਼ ਅ ਨਾਈਸ ਕਨਵਰਸੇਸ਼ਨ ਬਿਟਵੀਨ ਯੂ ਐਂਡ ਮੀ, ਕਿ ਇਹ ਤੁਹਾਡੇ ਅਤੇ ਮੇਰੇ ਵਿੱਚ ਇੱਕ ਬਹੁਤ ਅੱਛੀ ਗੱਲਬਾਤ ਸੀ। ਥਰਡ, ਲਾਈਵਲੀ, ਇਹ ਹੈਗਾ ਐਡਜੈਕਟਿਵ। ਠੀਕ ਹੈ, ਰੋਚਕ, ਪੂਰਨ ਢੰਗ ਨਾਲ, ਫੁੱਲ ਆਫ ਲਾਈਫ। ਠੀਕ ਹੈ, ਜਿਹਨੂੰ ਪੰਜਾਬੀ ਕਹਿੰਦੇ ਜੀਵੰਤ ਤਰੀਕੇ ਦੇ ਨਾਲ। ਠੀਕ, ਸੋ ਇੱਥੇ ਆਪਾਂ ਮਿੰਨੀ ਬਾਰੇ ਗੱਲ ਕਰ ਸਕਦੇ ਹਾਂ। ਮਿੰਨੀ ਵਾਜ਼ ਅ ਲਾਈਵਲੀ ਗਰਲ। ਫੋਰਥ, ਕ੍ਰਾਈਮ, ਇਹ ਕੀ ਹੈ? ਨਾਉਨ, ਅਪਰਾਧ। ਇੰਗਲਿਸ਼ ਟੂ ਇੰਗਲਿਸ਼ ਮੀਨਿੰਗ ਕੀ ਹੋਏਗਾ? ਐਨ ਐਕਟ ਫॉर which you can be punished by law, ਇਹੋ ਜਿਹਾ ਕੋਈ ਕੰਮ ਜਿਹਦੇ ਕਰਕੇ ਤੁਹਾਨੂੰ ਕਾਨੂੰਨ ਦੁਆਰਾ ਸਜ਼ਾ ਮਿਲੇ, ਉਹਨੂੰ ਆਪਾਂ ਕਹਿੰਦੇ ਆ ਕ੍ਰਾਈਮ। ਠੀਕ ਹੈ, ਇਹਦਾ ਵੀ ਸਿੰਪਲ ਬਣਾ ਦਿਓ ਇਟ ਵਾਜ਼ ਐਨ ਐਕਟ ਆਫ ਕ੍ਰਾਈਮ, ਇਹ ਇੱਕ ਅਪਰਾਧ ਵਾਲਾ ਕੰਮ ਸੀ। ਠੀਕ, ਫਿਫਥ, ਸੈਰੇਮਨੀ, ਇਹ ਵੀ ਕੀ ਹੈ? ਨਾਉਨ, ਉਤਸਵ, ਐਨ ਇੰਪੋਰਟੈਂਟ ਰਿਲੀਜੀਅਸ ਔਰ ਸੋਸ਼ਲ ਇਵੈਂਟ, ਵੈਡਿੰਗ, ਬਰਥਡੇਜ਼ ਐਟਸੈਟਰਾ, ਇੱਕ ਬਹੁਤ ਹੀ ਖਾਸ ਧਾਰਮਿਕ ਜਾਂ ਸਮਾਜਿਕ ਇਵੈਂਟ ਜਿਵੇਂ ਕਿ ਵਿਆਹ, ਜਨਮ ਦਿਨ ਆਦਿ। ਰਾਮ ਇਜ਼ ਅਟੈਂਡਿੰਗ ਅ ਵੈਡਿੰਗ ਸੈਰੇਮਨੀ। ਨੈਕਸਟ, ਅਫੋਰਡ, ਬਰਦਾਸ਼ਤ ਕਰਨਾ, ਇਹ ਕੀ ਹੈ? ਵਰਬ, ਟੂ ਹੈਵ ਇਨਫ ਮਨੀ ਟੂ ਪੇ ਫॉर ਸਮਥਿੰਗ, ਇੰਨਾ ਕੁ ਪੈਸਾ ਹੋਣਾ ਕਿ ਉਹ ਕਿਸੇ ਲਈ ਪੇ ਕਰ ਸਕੇ। ਠੀਕ ਹੈ, ਅਫੋਰਡ ਕਰ ਸਕੇ, ਪੈਸੇ ਨੂੰ ਉਹ ਖਰਚਾ ਬਰਦਾਸ਼ਤ ਕਰ ਸਕੇ। ਠੀਕ, ਆਈ ਕੈਨ ਅਫੋਰਡ ਆਲ ਦਾ ਐਕਸਪੈਂਸਿਸ। ਠੀਕ ਹੈ, ਐਕਸਪੈਂਸਿਸ ਕੀ ਹੁੰਦੇ ਨੇ? ਖਰਚੇ, ਕਿ ਮੈਂ ਸਾਰੇ ਖਰਚੇ ਬਰਦਾਸ਼ਤ ਕਰ ਸਕਦਾ ਹਾਂ। ਨਾਓ ਕਮ ਟੂ ਦ ਐਕਟੀਵਿਟੀ ਥਰਡ, ਚੂਜ਼ ਦ ਕਰੈਕਟ ਆਪਸ਼ਨ ਟੂ ਆਨਸਰ ਦ ਫੋਲੋਇੰਗ ਕੁਐਸਚਨਸ। ਹੁਣ ਇੱਕ ਕੁਐਸਚਨ ਲਈ ਦੋ ਆਪਸ਼ਨਸ ਦਿੱਤੀਆਂ, ਆਪਾਂ ਕਰੈਕਟ ਵਾਲੀ ਜਿਹੜੀ ਹੈ ਉਹ ਚੂਜ਼ ਕਰਨੀ ਹੈ। ਫਰਸਟ ਕੁਐਸਚਨ, ਵਾਈ ਵਾਜ਼ ਮਿਨੀ ਅਫਰੇਡ ਆਫ ਦ ਕਾਬਲੀਵਾਲਾ, ਮਿਨੀ ਕਾਬਲੀਵਾਲੇ ਤੋਂ ਡਰਦੀ ਕਿਉਂ ਸੀ? A, ਕਾਬਲੀਵਾਲਾ looked very horrible. B, she had heard that ਕਾਬਲੀਵਾਲਾ caught the children. So ਦਾ ਜਵਾਬ ਕੀ ਠੀਕ ਹੈ? B. Second, what was ਕਾਬਲੀਵਾਲਾ's name, ਕਾਬਲੀਵਾਲੇ ਦਾ ਨਾਮ ਕੀ ਸੀ? A, ਰਹਿਮਾਨ। Okay. Third, why was ਕਾਬਲੀਵਾਲਾ arrested, ਕਾਬਲੀਵਾਲਾ ਗ੍ਰਿਫਤਾਰ ਕਿਉਂ ਕੀਤਾ ਗਿਆ ਸੀ? ਪਹਿਲੀ ਆਪਸ਼ਨ ਹੈ B, he had stabbed a man, ਉਸਨੇ ਇੱਕ ਵਿਅਕਤੀ ਦਾ ਛੁਰਾ ਚਲਾ ਦਿੱਤਾ ਸੀ। Fourth, what did Minnie's father give to the ਕਾਬਲੀਵਾਲਾ, ਕਾਬਲੀਵਾਲੇ ਨੂੰ ਮਿੰਨੀ ਦੇ ਪਿਤਾ ਜੀ ਨੇ ਕੀ ਦਿੱਤਾ? B, some money. Fifth, Minnie's father could not afford the military band on her marriage. Why? ਮਿੰਨੀ ਦੇ ਪਿਤਾ ਜੀ
ਮਿੰਨੀ ਦੀ ਮੈਰਿਜ ਤੇ ਮਿਲਟਰੀ ਬੈਂਡ ਨੂੰ ਅਫੋਰਡ ਕਿਉਂ ਨਹੀਂ ਕਰ ਪਾਏ? ਸੋ ਇਹਦਾ ਕੀ ਹੈ ਜਵਾਬ? A, because he had given some money to the ਕਾਬਲੀਵਾਲਾ। Activity 4, put a tick or a cross against each sentence। ਹੁਣ ਜਿਹੜੇ sentence ਠੀਕ ਹੈ ਉਹਦੇ ਅੱਗੇ ਟਿਕ ਲਗਾ ਦਿਓ, ਜਿਹੜੇ ਗਲਤ ਹੈ ਉਹਦੇ ਅੱਗੇ cross ਲਗਾ ਦਿਓ। First, little Minnie was 3 years old। Little Minnie 3 ਸਾਲਾਂ ਦੀ ਸੀ। Cross, Rahman was a big bearded Pathan। Tick। Third, the ਕਾਬਲੀਵਾਲਾ was hanged to death। ਕਾਬਲੀਵਾਲੇ ਨੂੰ ਫਾਂਸੀ ਦੇ ਦਿੱਤੀ ਗਈ। ਏਦਾਂ ਤਾਂ ਨਹੀਂ ਹੋਇਆ ਸੀ। Cross। Fourth, Minnie could not forget the ਕਾਬਲੀਵਾਲਾ। Cross। Fifth, Minnie's father helped Rahman with some money। Tick। Activity 5, complete the following sentences। First, Minnie could not live without chatting all the time। Next, the काबलीवाला and Minnie would sit and chat for hours। Third, there was a terrible noise in the street। Fourth, Minnie had grown into a beautiful woman। Fifth, Minnie's father had to cut down the expenses on the wedding। Next, conjunction। Conjunction ਕੀ ਹੁੰਦੇ ਨੇ? ਯੋਜਕ। Okay, a conjunction is a word which joins two words, phrases or sentences। Conjunction ਉਹ ਸ਼ਬਦ ਹੁੰਦੇ ਆ ਜੋ ਦੋ ਸ਼ਬਦਾਂ ਨੂੰ ਜਾਂ ਸ਼ਬਦਾਂ ਦੇ ਗਰੁੱਪ ਨੂੰ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਦੇ ਹਨ। Some common conjunctions are, ਕੁਝ ਆਮ ਯੋਜਕ ਹਨ and, but, so, because। Let us see how they are used। ਆਓ ਅਸੀਂ ਦੇਖੀਏ ਇਹ ਕਿੱਦਾਂ ਇਸਤੇਮਾਲ ਹੁੰਦੇ ਹਨ। First, I missed the train। ਮੈਂ ਟ੍ਰੇਨ ਨੂੰ ਮਿਸ ਕਰ ਦਿੱਤਾ। I was late। ਮੈਂ ਲੇਟ ਸੀ। ਹੁਣ we can combine these two sentences by using because। ਹੁਣ ਅਸੀਂ ਇਹਨਾਂ ਦੋਨੋਂ sentences ਨੂੰ ਕਿਹਦੇ ਨਾਲ ਜੋੜ ਸਕਦੇ ਹਾਂ? because ਦੇ ਨਾਲ। ਕਿਸ ਤਰ੍ਹਾਂ? I missed the train because I was late। ਮੈਂ ਟ੍ਰੇਨ ਮਿਸ ਕਰ ਗਿਆ ਕਿਉਂਕਿ ਮੈਂ ਲੇਟ ਸੀ। ਠੀਕ ਹੈ, ਦੋਨੋਂ sentence ਨੂੰ ਜੋੜਨ ਵਾਲਾ ਕਿਹੜਾ word ਆਇਆ? because। Next, she wants coffee। ਉਹ ਕਾਫੀ ਚਾਹੁੰਦੀ ਹੈ। I want tea। ਮੈਂ ਚਾਹ ਚਾਹੁੰਦਾ ਹਾਂ। We can combine these two sentences by using but। ਹੁਣ ਦੋਨੋਂ sentences ਨੂੰ ਕਿੰਨਾ ਜੋੜ ਸਕਦੇ ਹਾਂ? but ਦੇ ਨਾਲ। but ਦਾ ਮਤਲਬ ਹੁੰਦਾ ਪਰ। She wants coffee but I want tea। Okay? Activity 6, underline the conjunctions in the following sentences। ਹੁਣ ਅਸੀਂ ਪ੍ਰੈਕਟਿਸ ਕਰਨੀ ਹੈ conjunctions ਲੱਭਣ ਦੀ। ਜਿੱਥੇ conjunctions ਲੱਭੇ ਉਹਨੂੰ ਕੀ ਕਰਾਂਗੇ? underline ਕਰ ਦਾਂਗੇ। First, slow and steady wins the race। And second, Caesar and Pebble are friendly dogs। And third, I went out and had ice cream। And fourth, I missed my flight because I was late। Because fifth, yesterday it rained but today it is sunny। But sixth, I remember his name but not his mobile number। But seventh, he bought a book because he loves reading। Because eighth, they went to the restaurant and had dinner। And activity 7, fill in the blanks with but and so। ठीक है, but ਦਾ ਮਤਲਬ ਹੁੰਦਾ ਪਰ, and ਮਤਲਬ ਅਤੇ, so ਇਸ ਕਰਕੇ। First, I can read and write English। Second, Nisha can swim but Rani can't। Can't ਦਾ ਮਤਲਬ can not, ਕਿ ਨਿਸ਼ਾ swimming ਕਰ ਸਕਦੀ ਹੈ, ਰਾਣੀ ਨਹੀਂ। Tom and Lucy came to my house। He did not work hard so he failed। उसने मेहनत नहीं की थी इस करके वो फेल हो गया। Fifth, I have a bat but I don't have a ball। मेरे कोल बैट है पर मेरे कोल गेंद नहीं है। Sixth, it was a holiday so we did not go to school। छुट्टी सी इस करके ਅਸੀਂ ਸਕੂਲ नहीं गए। Activity 8, match the columns to make meaningful sentences। ਹੁਣ ਕਾਲਮ ਨੂੰ ਮੈਚ ਕਰਨਾ ਤਾਂ ਕਿ meaningful sentence ਜਿਹੜੇ ਅਸੀਂ ਬਣਾ ਸਕੀਏ। First, he worked hard। उसने मेहनत की थी so he passed। Second, Amrit likes coffee but not tea। Third, I went to see my mother because she was ill। Fourth, run fast or you will miss the bus। Fifth, Tanu and Manu came home and rested for a while। Activity 9, look at the bar graph chart below। ਹੁਣ ਨੀਚੇ ਇੱਕ bar graph ਦਾ ਚਾਰਟ ਦਿੱਤਾ ਹੋਇਆ, ਉਹਨੂੰ ਦੇਖੋ। It is about
4 serials that children like. ਇਹ 4 serials ਹਨ ਜਿਹੜੇ ਬੱਚੇ ਪਸੰਦ ਕਰਦੇ ਹਨ. Read and understand the number of votes each serial has got. ਹੁਣ ਆਪਾਂ number of votes ਦੇਖਣੀਆਂ ਹੈ ਕਿ ਕਿਹੜੇ ਸੀਰੀਅਲ ਨੂੰ ਕਿੰਨੀਆਂ ਵੋਟਸ ਪਈਆਂ ਹਨ. ਸੋ ਸਭ ਤੋਂ ਪਹਿਲਾਂ ਹੈ ਕੌਰਨਫਲੇਕਸ, ਉਹਨੂੰ ਕਿੰਨੀਆਂ ਵੋਟਸ ਪਈਆਂ 4. ਉਸ ਤੋਂ ਬਾਅਦ ਚੀਰੀਓਸ, ਉਹਨੂੰ 2 ਪਈਆਂ ਹਨ. ਲਾਈਫ, ਇਸ ਨੂੰ ਸਭ ਤੋਂ ਜ਼ਿਆਦਾ ਵੋਟਸ ਪਈਆਂ 6. ਨੈਕਸਟ ਹੈ ਕਿਕਸ, ਇਸ ਨੂੰ 3 ਵੋਟਸ ਪਈਆਂ. ਸੋ ਆਪਾਂ ਕੀ ਦੇਖਦੇ ਹਾਂ, ਲੈਫਟ ਸਾਈਡ ਤੇ ਜੋ ਗਿਣਤੀ ਲਿਖੀ ਹੋਈ ਹੈ ਉਹ ਨੰਬਰ ਆਫ ਵੋਟਸ ਦੀ ਹੈ ਤੇ ਨੀਚੇ ਟਾਈਪ ਆਫ ਸੀਰੀਅਲ ਕਿ ਕਿਹੜੇ ਸੀਰੀਅਲ ਨੂੰ ਕਿੰਨੀਆਂ ਵੋਟਸ ਪਈਆਂ ਹਨ. Okay, answer the following questions. ਹੇਠਾਂ ਦਿੱਤੇ ਪ੍ਰਸ਼ਨਾਂ ਦਾ ਜਵਾਬ ਦਿਓ. First, what are the names of 4 cereals that children like in the bar graph? ਹੁਣ ਚਾਰਾਂ ਦੇ ਨਾਮ ਲਿਖ ਦਿਓ. First ਕਿਹੜਾ ਸੀ, cornflakes. Second, Cheerios. Third, Life. Fourth, Kicks. Next question, which cereal is the most favorite of children? Life. How many votes has it got? 6. How many votes has cornflakes got? 4. How many votes has Kicks got? 3. Which cereal has got the least number of votes? ਕਿਹੜੇ ਸੀਰੀਅਲ ਨੇ ਸਭ ਤੋਂ ਘੱਟ ਵੋਟਸ ਲਈਆਂ ਹਨ? ਉਹ ਹੈ Cheerios. Next, learning to listen. ਹੁਣ ਐਕਟੀਵਿਟੀ 10 ਹੈ, your teacher will tell you a story. ਤੁਹਾਡੇ ਟੀਚਰ ਤੁਹਾਨੂੰ ਇੱਕ ਸਟੋਰੀ ਸੁਣਾਉਣਗੇ. Listen to the story carefully. ਉਸ ਸਟੋਰੀ ਨੂੰ ਧਿਆਨ ਨਾਲ ਸੁਣਨਾ ਹੈ and put the sentences given below in the correct order. ਅਤੇ ਜਿਹੜੀ ਉਹ ਸਟੋਰੀ ਸੁਣਾਉਣਗੇ ਉਹ ਸਟੋਰੀ ਸੁਣਨ ਤੋਂ ਬਾਅਦ ਹੇਠਾਂ ਦਿੱਤੇ ਹੋਏ sentences ਨੂੰ ਇੱਕ correct order ਵਿੱਚ ਰੱਖਣਾ ਹੈ. Okay, that is as they happen in the story. ਕਿੱਦਾਂ ਰੱਖਣਾ ਕਿ ਜਿੱਦਾਂ ਉਹ ਸਟੋਰੀ ਵਿੱਚ ਆਏ ਹਨ ਉਸੇ ਹੀ ਤਰਤੀਬਬੱਧਤਾ ਦੇ ਨਾਲ. Write the numbers in the given brackets. ਤੁਸੀਂ ਕਰਨਾ ਕੀ ਹੈ, ਜਿਹੜਾ ਸੈਂਟੈਂਸ ਪਹਿਲੇ ਨੰਬਰ ਤੇ ਆਇਆ ਉਹਦੇ ਅੱਗੇ ਬ੍ਰੈਕਟ ਵਿੱਚ ਕੀ ਲਿਖ ਦੇਣਾ, ਫਰਸਟ. ਜਿਹੜਾ ਦੂਜੇ ਤੇ ਆਇਆ ਉਹਦੇ ਅੱਗੇ 2. ਠੀਕ ਹੈ, ਸੋ ਇਸੇ ਤਰ੍ਹਾਂ ਹੀ ਤੁਸੀਂ ਇਹਨਾਂ ਦੀ ਨੰਬਰਿੰਗ ਕਰਨੀ ਹੈ. The first one is done for you. ਹੁਣ ਜਿਹੜਾ ਪਹਿਲਾ ਸੈਂਟੈਂਸ ਹੈ ਉਹ ਤੁਹਾਡੇ ਲਈ ਕਰ ਦਿੱਤਾ ਗਿਆ ਹੈ. ਉਹ ਕਿਹੜਾ ਹੈ, 13th ਨੰਬਰ. A father had 3 sons. ਇੱਕ ਪਿਤਾ ਦੇ 3 ਬੱਚੇ ਸਨ. ਚਲੋ ਇਹ ਸਟੋਰੀ ਤੁਹਾਨੂੰ ਮੈਂ ਸੁਣਾਣਾ, ਉਸ ਤੋਂ ਬਾਅਦ ਤੁਸੀਂ ਕਰਨਾ ਇਹ ਸੈਂਟੈਂਸਸ ਆਪਣੇ ਆਪ ਲੱਭਣੇ ਹਨ, ਤੁਹਾਨੂੰ ਮਜ਼ਾ ਆਏਗਾ. Let's start. A father had 3 sons. The sons always fought with one another. The father advised them to live in peace. He failed to make them understand. He thought of using another way. One day he told them to bring him a bundle of sticks. The father gave the bundle to each one of his sons. The sons tried to break the bundle of sticks. The sons could not break the bundle. He opened the bundle and separated the sticks. One by one he gave the sticks to his sons. Within no time the sons broke the separated sticks. The father then told his sons the importance of standing with one another. Okay ji, activity 11, get into pairs and tell each other a joke or a short story in English. ਹੁਣ ਤੁਸੀਂ ਗਰੁੱਪ ਵਿੱਚ ਆ ਜਾਓ, ਆਪਣੇ ਆਪਣੇ ਪੇਅਰ ਬਣਾ ਲਓ, ਜੋੜੇ ਬਣਾ ਲਓ. ਤੁਸੀਂ ਕਰਨਾ ਕੀ ਹੈ, ਇੱਕ ਦੂਜੇ ਨੂੰ ਇੰਗਲਿਸ਼ ਵਿੱਚ ਚੁਟਕਲਾ ਸੁਣਾਉਣਾ, ਓਕੇ, ਜਾਂ ਕੋਈ ਛੋਟੀ ਕਹਾਣੀ ਸੁਣਾਉਣੀ ਹੈ. ਠੀਕ, ਆਫਟਰ ਲਿਸਨਿੰਗ ਟੂ ਦ ਸਟੋਰੀ ਸੁਣਨ ਤੋਂ ਬਾਅਦ you must ask each other some questions. ਤੁਸੀਂ ਇੱਕ ਦੂਜੇ ਤੋਂ ਕੁਐਸਚਨਸ ਜ਼ਰੂਰ ਪੁੱਛਣੇ ਹਨ. The questions will be on something that you do not understand in the story. Questions ਕਿਹਦੇ ਰਿਗਾਰਡਿੰਗ ਹੋਣਗੇ, ਜੋ ਚੀਜ਼ ਤੁਹਾਨੂੰ ਉਸ ਸਟੋਰੀ ਵਿੱਚ ਜਾਂ ਚੁਟਕਲੇ ਵਿੱਚ ਨਹੀਂ ਪਤਾ ਚੱਲੀ. ਠੀਕ ਹੈ, you must write those questions in the space given below for your teacher to check. ਤੁਸੀਂ ਉਹ ਵਾਲੇ questions ਇਸ ਖਾਨੇ ਵਿੱਚ ਲਿਖਣੇ ਹਨ ਆਪਣੇ ਟੀਚਰ ਤੋਂ ਚੈੱਕ ਕਰਵਾਉਣ ਲਈ. You will also write the answers your partner gives you. ਤੁਸੀਂ ਉਹ ਜਵਾਬ ਵੀ ਲਿਖਣੇ ਹਨ ਜੋ ਤੁਹਾਡਾ ਪਾਰਟਨਰ ਤੁਹਾਨੂੰ ਦਿੰਦਾ ਹੈ. ਠੀਕ ਹੈ, ਸੋ ਪਹਿਲੇ ਬਾਕਸ ਵਿੱਚ ਕੀ ਲਿਖਾਂਗੇ, ਜੋ ਤੁਸੀਂ ਕੁਐਸਚਨ ਪੁੱਛੇ, ਤੇ ਸੈਕੰਡ ਬਾਕਸ ਕੀ ਲਿਖਾਂਗੇ, ਜੋ ਤੁਹਾਡੇ ਪਾਰਟਨਰ ਨੇ ਉਹਦੇ ਜਵਾਬ ਦਿੱਤੇ. ਠੀਕ, ਇਹ ਕੰਮ ਤੁਸੀਂ ਆਪ ਕਰਨਾ ਹੈ. ਐਕਟੀਵਿਟੀ 12, look at the following words. Learn to pronounce them by repeating after the teacher. ਹੁਣ ਇਹਨਾਂ ਨੂੰ ਤੁਸੀਂ ਬੋਲਣ ਦਾ ਯਤਨ ਕਰਨਾ ਹੈ ਆਪਣੇ ਟੀਚਰ ਦੇ ਮਗਰ ਬੋਲ ਕੇ. ਫਰਸਟ, quieten, ਸ਼ਾਂਤ ਕਰਨਾ. ਸੈਕੰਡ, conversation, ਗੱਲਬਾਤ. ਥਰਡ, lively, जीवंत. फोर्थ, clouds, बदल. फिफ्थ, crime, अपराध. सिक्स्थ, recognize, एहसास करना. सेवेंथ, ceremonies, उत्सव. एट्थ, terror, डर. नाइन, chatterbox, गालड़ी. 10th, tenderly, कोमलता दे नाल, प्यार दे नाल.